ਹੈਲੋ ਡੀਅਰ ਸਟੂਡੈਂਟਸ ਮਾਈਸੈਲਫ ਡਾਕਟਰ ਅੰਮ੍ਰਿਤਪਾਲ ਸਿੰਘ ਐਂਡ ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਗੱਲ ਕਰਾਂਗੇ ਵਰਕ ਟਾਈਮ ਐਂਡ ਰਿਸੋਰਸ ਰਿਲੇਟਡ ਪ੍ਰੋਬਲਮਸ ਜਿਹੜੀਆਂ ਆ ਸੋ ਥੀਸ ਪ੍ਰੋਬਲਮਸ ਆਰ ਕੁਆਇਟ ਇੰਪੋਰਟੈਂਟ ਪਾਰਟ ਆਫ ਐਪਟੀਟਿਊਡ ਪ੍ਰੋਬਲਮਸ ਐਂਡ ਕੰਪੀਟੀਸ਼ਨ ਐਗਜ਼ਾਮ ਦੇ ਵਿੱਚ ਇਹਨਾਂ ਦੇ ਜਿਹੜੇ ਕੁਐਸਚਨ ਆ ਉਹ ਜਨਰਲੀ ਆ ਜਾਂਦੇ ਆ ਸੋ ਇਦਾਂ ਦੀਆਂ ਪ੍ਰੋਬਲਮਸ ਦੇ ਵਿੱਚ ਕਿੱਦਾਂ ਦੇ ਕੁਐਸਚਨ ਜਿਹੜੇ ਆ ਸਕਦੇ ਆ ਕਿ ਫਾਰ ਐਗਜ਼ਾਮਪਲ ਵਰਕ ਨੂੰ ਟਾਈਮ ਤੇ ਰਿਸੋਰਸਿਸ ਦੇ ਨਾਲ ਰਿਲੇਟ ਕਰਕੇ ਕੁਝ ਵੀ ਪੁੱਛਿਆ ਜਾ ਸਕਦਾ ਆ ਕਿ ਜੇ ਇੱਕ ਕੰਮ ਨੂੰ 10 ਆਦਮੀ 20 ਦਿਨਾਂ ਦੇ ਵਿੱਚ ਕਰਦੇ ਆ ਤੇ ਸੇਮ ਕੰਮ ਨੂੰ ਜਿਹੜਾ ਆ 5 ਆਦਮੀ ਕਿੰਨੇ ਦਿਨਾਂ ਦੇ ਵਿੱਚ ਕਰਨਗੇ। ਸੋ ਸਿਮਿਲਰਲੀ ਜੇ ਸਾਨੂੰ ਰਿਸੋਰਸ ਤੇ ਟਾਈਮ ਦੇ ਕੰਪੈਰੀਟਿਵ ਕਰਕੇ ਵੀ ਪੁੱਛਿਆ ਜਾ ਸਕਦਾ ਹੈ ਕਿ A ਤੇ B ਜਿਹੜੇ ਆ ਇੱਕ ਕੰਮ ਨੂੰ 10 ਦਿਨਾਂ ਦੇ ਵਿੱਚ ਕਰਦੇ ਆ, A ਜਿਹੜਾ ਆ 2 ਦਿਨਾਂ ਬਾਅਦ ਕੰਮ ਨੂੰ ਛੱਡ ਦਿੰਦਾ ਹੈ, B ਜਿਹੜਾ ਆ ਬਾਕੀ ਕੰਮ ਨੂੰ ਕਿੰਨੇ ਦਿਨਾਂ ਦੇ ਵਿੱਚ ਕੰਪਲੀਟ ਕਰੇਗਾ। ਸੋ ਇਦਾਂ ਦੇ ਜਿਹੜੇ ਪ੍ਰੋਬਲਮਸ ਆ ਇਹ ਮੈਂ 2 ਲੈਕਚਰਸ ਦੇ ਵਿੱਚ ਡਿਸਕਸ ਕਰਾਂਗਾ। ਸੋ ਪਾਰਟ 1 ਦੇ ਵਿੱਚ ਆਪਾਂ ਥੋੜੇ ਈਜ਼ੀਅਰ ਜਿਹੜੇ ਕੁਐਸਚਨ ਆ ਉਹਨਾਂ ਦੀ ਡਿਸਕਸ਼ਨ ਕਰਾਂਗੇ ਤੇ ਪਾਰਟ 2 ਦੇ ਵਿੱਚ ਜਿਹੜੇ ਆ ਡਿਫਿਕਲਟੀ ਜਿਹੜਾ ਲੈਵਲ ਆ ਉਹ ਥੋੜਾ ਜਿਹਾ ਪਾਰਟ 1 ਦੇ ਕੰਪੈਰੀਟਿਵ ਜ਼ਿਆਦਾ ਡਿਫਿਕਲਟ ਕੁਐਸਚਨ ਜਿਹੜੇ ਆ ਆਪਾਂ ਡਿਸਕਸ ਕਰਾਂਗੇ। ਸੋ ਆਓ ਸ਼ੁਰੂ ਕਰਦੇ ਹਾਂ। ਸੋ ਆਵਰ ਫਸਟ ਕੁਐਸਚਨ ਇਜ਼ It took 40 days to build 10 buildings. How long will it take to build 50 buildings using same number of employees? ਹੁਣ ਇਸ ਕੇਸ ਦੇ ਵਿੱਚ ਸਾਨੂੰ ਜਿਹੜਾ ਆ ਵਰਕ ਦਿੱਤਾ ਹੋਇਆ ਆ ਕਿ ਜਿਹੜਾ ਕੰਮ ਹੋ ਰਿਹਾ ਆ that is equal to 10 ਬਿਲਡਿੰਗਸ ਜਿਹੜੀਆਂ ਪਹਿਲੇ ਕੇਸ ਦੇ ਵਿੱਚ ਬਣ ਰਹੀਆਂ ਠੀਕ ਆ ਨਾ। ਕਿੰਨੇ ਦਿਨਾਂ ਦੇ ਵਿੱਚ ਬਣ ਰਹੀਆਂ, ਟਾਈਮ ਸਾਨੂੰ ਦਿੱਤਾ ਹੋਇਆ ਆ ਸੋ ਦੇ ਆਰ ਕੰਪਲੀਟਡ ਇਨ 40 days। ਦੂਸਰੇ ਕੇਸ ਦੇ ਵਿੱਚ ਬਿਲਡਿੰਗਸ ਜਿਹੜੀਆਂ ਕਿੰਨੀਆਂ ਬਣ ਰਹੀਆਂ 50 ਬਿਲਡਿੰਗਸ ਬਣ ਰਹੀਆਂ। T2 ਜਿਹੜਾ ਆ ਆਪਾਂ ਕੈਲਕੂਲੇਟ ਕਰਨਾ ਹੈ। ਹੁਣ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਵਰਕ ਜਿਹੜਾ ਆ that is directly proportional to time and directly proportional to resources। ਸੋ ਟਾਈਮ ਦਾ ਜਿਹੜਾ ਹੈ ਇਹ ਕੁਐਸਚਨ ਦਿੱਤਾ ਹੋਇਆ ਆ, ਰਿਸੋਰਸਿਸ ਇਹਦੇ ਕੇਸ ਦੇ ਵਿੱਚ ਸਾਨੂੰ ਕਾਮਨ ਦਿੱਤੇ ਹੋਏ ਆ ਕਿ ਜੇ ਆਪਾਂ ਸੇਮ ਨੰਬਰ ਆਫ EMPLOYEES ਲਈਏ ਤੇ ਉਹ ਕੰਮ ਨੂੰ ਆਪਾਂ ਕਿੰਨੇ ਦਿਨਾਂ ਦੇ ਵਿੱਚ ਕਰਾਂਗੇ। ਸੋ ਵਰਕ ਜਿਹੜਾ ਆ that is directly proportional to time। ਸੋ ਇਹਦਾ ਮਤਲਬ ਕੀ ਆ ਕਿ ਜੇ ਜ਼ਿਆਦਾ ਕੰਮ ਆ ਤੇ ਉਹ ਜ਼ਿਆਦਾ ਟਾਈਮ ਦੇ ਵਿੱਚ ਪੂਰਾ ਹੋਏਗਾ, ਜੇ ਘੱਟ ਕੰਮ ਆ ਤੇ ਉਹ ਘੱਟ ਟਾਈਮ ਦੇ ਵਿੱਚ ਪੂਰਾ ਹੋ ਜਾਏਗਾ। ਸੋ ਆਓ ਇਹਨੂੰ ਆਪਾਂ ਓਪਨ ਕਰਕੇ ਫਾਰਮੂਲੇਸ ਦੇ ਵਿੱਚ ਪੁੱਟ ਕਰੀਏ। ਸੋ W1 is equal to W2 and T1 is equal to T2। ਸੋ W ਸਾਨੂੰ ਇੱਥੇ ਕੀ ਦਿੱਤਾ ਹੋਇਆ 10 ਬਿਲਡਿੰਗਸ ਬਣ ਰਹੀਆਂ ਪਹਿਲੇ ਕੇਸ ਦੇ ਵਿੱਚ, 40 ਜਿਹੜੇ ਆ ਦਿਨਾਂ ਦੇ ਵਿੱਚ ਬਣ ਰਹੀਆਂ। ਜੇ W2 ਕਿੰਨਾ ਹੈ ਸੋ W2 ਇੱਥੇ ਸਾਡੇ ਕੋਲ ਹੈ 50। T1 ਕਿੰਨਾ ਦਿੱਤਾ ਹੋਇਆ ਹੈ, T1 ਜਿਹੜਾ ਹੈ that is 40 days divided by T2 ਜਿਹੜਾ ਆਪਾਂ ਕੈਲਕੂਲੇਟ ਕਰਨਾ ਹੈ। ਸੋ T2 ਇੱਥੋਂ ਕਿੰਨਾ ਆ ਜਾਏਗਾ 50 ਗੁਣਾ 40 divided by 10 2000/10 that is equal to 200 days। ਸੋ ਕਹਿਣ ਦਾ ਮਤਲਬ ਕੀ ਆ ਕਿ ਜੇ 50 ਬਿਲਡਿੰਗਸ ਜਿਹੜੀਆਂ ਬਣਾਉਣੀਆਂ ਹੈਗੀਆਂ ਤੇ ਉਹ ਕਿੰਨੇ ਦਿਨਾਂ ਦੇ ਵਿੱਚ ਬਣਨਗੀਆਂ। ਸੋ ਦੇ ਆਰ ਕੰਪਲੀਟਡ ਇਨ 200 days। ਸੋ ਨੈਕਸਟ ਕੁਐਸਚਨ ਕੀ ਹੈ 40 men are required to complete 20 buildings. How many men are required to build 50 buildings in the same time? ਹੁਣ ਇਸ ਕੇਸ ਦੇ ਵਿੱਚ ਤੁਸੀਂ ਕੀ ਦੇਖੋਗੇ ਕਿ ਸਾਨੂੰ ਟਾਈਮ ਜਿਹੜਾ ਆ ਉਹ ਕਨਸਟੈਂਟ ਦਿੱਤਾ ਹੋਇਆ। ਹੁਣ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਵਰਕ ਜਿਹੜਾ ਹੈ that is directly proportional to resources। ਰਿਸੋਰਸਿਸ ਦਾ ਮਤਲਬ ਕੀ ਹੈ ਕਿ ਕਿੰਨੇ ਜਿਹੜੇ ਆਦਮੀ ਆ ਉਸ ਕੰਮ ਨੂੰ ਕਰ ਰਹੇ ਆ। ਸੋ ਜੇ ਜ਼ਿਆਦਾ ਆਦਮੀ ਹੋਣਗੇ, ਜ਼ਿਆਦਾ ਰਿਸੋਰਸਿਸ ਸਾਡੇ ਕੋਲ ਹੋਣਗੇ ਤੇ ਉਹ ਕੰਮ ਜਿਹੜਾ ਉਨੀ ਛੇਤੀ ਹੋ ਜਾਏਗਾ, ਠੀਕ ਹੈ ਨਾ। ਸੋ W1 over W2 that is equal to R1 over R2। ਹੁਣ W1 ਸਾਨੂੰ ਕੀ ਦਿੱਤਾ ਹੋਇਆ 20 ਬਿਲਡਿੰਗਸ ਜਿਹੜੀਆਂ ਆ ਉਹ ਬਣਦੀਆਂ ਆ। R1 ਰਿਸੋਰਸਿਸ ਕਿੰਨੇ ਆ 40 ਆਦਮੀ ਜਿਹੜੇ ਆ ਉਸ ਬਿਲਡਿੰਗਸ ਨੂੰ ਬਣਾਉਂਦੇ ਆ। ਦੂਸਰੇ ਕੇਸ ਦੇ ਵਿੱਚ W2 ਜਿਹੜਾ ਆ ਉਹ 50 ਬਿਲਡਿੰਗਸ ਬਣ ਰਹੀਆਂ ਆ ਤੇ ਰਿਸੋਰਸਿਸ ਜਿਹੜੇ ਆ ਆਪਾਂ ਕੈਲਕੂਲੇਟ ਕਰਨੇ ਆ। ਸੋ W ਸਾਰਿਆਂ ਦੀ ਵੈਲਿਊਜ਼ ਆਪਾਂ ਪੁੱਟ ਕਰ ਦਈਏ। W2 ਸਾਨੂੰ 50 ਦਿੱਤਾ ਹੋਇਆ, R1 ਕਿੰਨਾ ਦਿੱਤਾ ਹੋਇਆ 40, R2 ਆਪਾਂ ਜਿਹੜਾ ਆ ਕੈਲਕੂਲੇਟ ਕਰ ਸਕਦੇ ਹਾਂ। ਸੋ R2 ਸਾਡੇ ਕੋਲ ਕਿੰਨਾ ਆ ਜਾਏਗਾ 50 ਗੁਣਾ 40 ਵਟਾ 20, 5 ਚੌਕਾ 2000/20
ਜਿਹੜਾ ਹੈ ਸਾਡੇ ਕੋਲ ਉਹ ਕਿੰਨਾ ਆ ਜਾਏਗਾ, ਸਾਡੇ ਕੋਲ ਕਿ 50 ਬਿਲਡਿੰਗਸ ਬਣਾਉਣ ਵਾਸਤੇ ਸਾਨੂੰ ਕਿੰਨੇ ਆਦਮੀ ਚਾਹੀਦੇ ਆ, ਸਾਨੂੰ 100 ਆਦਮੀ ਚਾਹੀਦੇ ਆ ਜੇ ਆਪਾਂ ਸੇਮ ਸਮੇਂ ਦੇ ਵਿੱਚ ਬਿਲਡਿੰਗਸ ਬਣਾਉਣੀਆਂ। So third question is, if 20 men can do the same work in 40 days, how many men are required to do the same work in 10 days? So question 3 ਕੀ ਕਹਿ ਰਿਹਾ ਹੈ ਕਿ 20 ਆਦਮੀ ਜਿਹੜੇ ਆ ਇੱਕ ਕੰਮ ਨੂੰ 40 ਦਿਨਾਂ ਦੇ ਵਿੱਚ ਕਰਦੇ ਆ, ਤੇ ਕਿੰਨੇ ਆਦਮੀ ਜਿਹੜੇ ਸਾਨੂੰ ਚਾਹੀਦੇ ਆ ਜੇ ਆਪਾਂ ਸੇਮ ਕੰਮ ਕਰਨਾ ਹੋਏ 10 ਦਿਨਾਂ ਦੇ ਵਿੱਚ। ਸੋ ਇਸ ਕੇਸ ਦੇ ਵਿੱਚ ਤੁਸੀਂ ਦੇਖੋਗੇ ਕਿ सेम वर्क है। सो वर्क जिहड़ा इस केस दे विच दैट इज कॉन्सटेंट। सो फार्मूला जिहड़ा मैं तुहानूं दस्सिया है, वर्क इज डायरैक्टली प्रपोर्शनल टू टाइम एंड डायरैक्टली प्रपोर्शनल टू रिसोर्सिस। सो इसदा मतलब की है कि टाइम जिहड़ा है इट बिकम्स इनवर्सली प्रपोर्शनल टू रिसोर्सिस, कि जिन्ने ज़्यादा रिसोर्सिस साडे कोल वध होणगे उन्ना टाइम जिहड़ा सानूं घट लगेगा। सो आओ पुट करते हैं इनू T1 ओवर T2 दैट इज इक्वल टू R2 ओवर R1। हुण T1 की वैल्यू साडे कोल 40 डेज है, R1 की वैल्यू साडे कोल 20 मैनस ये भी दिते हुए है, T2 जिहड़ा है वो सानू 10 डेज दिता होया, R2 जिहड़ा है वो आपां कैलकुलेट कर लांगे। सो वैल्यूज़ पुट करते हैं 10 वटा 40 वटा 10 दैट इज इक्वल टू R2 कितना दिता होया वो आपां कैलकुलेट करना, R1 सानू 20 मैन दिते हुए। सो R2 की जिहड़ी वैल्यू आ वो कितनी आ जाएगी, 40 गुना 20 वटा 10 दैट इज इक्वल टू 0 नाल 0 कट्टेगी, 40 दूना 80। सो सानू 80 आदमी जिहड़े चाहिए आ जे आपां सेम वर्क करना आ 10 दिनों के विच कंप्लीट। सो नेक्स्ट क्वेश्चन इज, इफ 10 men can cut 40 trees in 4 days, how many trees can be cut by 40 men in 6 days? हुण इस केस दे विच की आ कि तुसीं देखोगे कि तिन्ने चीज़ां सानूं दित्तियां होईयां। सानूं पहले केस दे विच वर्क की हो रहा है, 40 ट्रीज जिहड़े आ वो आपां कट रहे हैं, रिसोर्सिस किन्ने आ साडे कोल, R1 जिहड़ा आ साडे कोल 10 आदमी है, टाइम कितना लग रहा सानू 4 डेज लग रहे हैं। दूसरे केस दे विच हाउ मैनी ट्रीज कैन बी कट, W2 आपां कैलकुलेट करना, R2 कितना सानू दिता होया रिसोर्सिस, दे आर 40 मैन एंड किन्ने टाइम दे विच कटने आपां 6 डे दे विच कटने। सो वर्क का फार्मूला जिहड़ा तुहानूं मैं कहा कि दैट इज डायरैक्टली प्रपोर्शनल टू रिसोर्सिस एंड डायरैक्टली प्रपोर्शनल टू टाइम। सो W1 ओवर W2 दैट इज इक्वल टू R1 T1 ओवर R2 T2। सो वैल्यूज़ पुट कर दो, W1 साडे कोल 40 है, W2 आपां कैलकुलेट करना, R1 कितना दिता होया 10 मैन, T1 दिता होया 4 डेज, R2 साडे कोल कितना दिता होया 40 मैन इन 6 डेज। सो इनू आपां सॉल्व कर लांगे, 10 चौके 40, 4 नाल 4 कट्टे गए। सो W2 कितना आ गया 40 इंटू 6 दैट इज इक्वल टू 240 ट्रीज। सो की है कि 240 ट्रीज जिहड़े आ वो 40 आदमी 6 दिनों के विच कट सकते हैं। सो आवर नेक्स्ट क्वेश्चन इज 30 men working 6 hours per day for 50 days can make 2000 twice, then how many hours per day should 40 men work for 60 days to make 3000 twice? ਹੁਣ ਇਹ ਜਿਹੜਾ क्वेश्चन आ बाकी क्वेश्चनस नालों थोड़ा जिहा अलग है। सो इस केस दे विच सानू टाइम रिसोर्सिस तो अलावा एक चीज़ जिहड़ी है होर मैंशन की गई है दैट इज़ नंबर ऑफ आवर्स पर डे। सो इस केस दे विच जिहड़ा फार्मूला आपां यूज़ करांगे
work is directly proportional to time, it is directly proportional to resources and directly proportional to number of hours. सो जिन्ने नंबर ऑफ आवर्स ज़्यादा होणगे उन्ना जिहड़ा काम आ सो ज़्यादा होएगा। सो आओ पहले इन्हां नूं दो केसिस दी वैल्यूज़ लिख लीए। सो W1 इज इक्वल टू 2000 ट्वाइस जिहड़े आ बन रहे आ पहले केस च कितना टाइम लग रहा है, सो दैट इज इक्वल टू 50 डेज। रिसोर्सिस किन्ने आदमी जड़े आ मिल के 2000 ट्वाइस बना रहे हैं, दैट इज इक्वल टू 30 मैन एंड किन्ने घंटे काम करते आ वो, सो दैट इज इक्वल टू 6 आवर्स। सो दूसरे केस के विच हुण आपां की कैलकुलेट करना है, हाउ मैनी आवर्स। सो असी H2 की जिहड़ी वैल्यू आ उन्होंने आपां कैलकुलेट करना है। दिता की होया सानू W2 3000 ट्वाइस जिहड़े आ वो बना रहे आ, T2 की वैल्यू जिहड़ी किन्नी दित्ती हुई है, दैट इज इक्वल टू 60 डेज। किन्ने रिसोर्सिस यूज हो रहे हैं, दैट इज इक्वल टू 40 मैन। हुण आओ वैल्यूज़ पुट करते हैं। W1 ओवर W2 दैट इज इक्वल टू T1 R1 H1 ओवर T2 R2 इंटू H2। सो W1 सानू दिता होया 2000 ट्वाइस, W2 इज 3000 ट्वाइस, T1 की वैल्यू साढ़े कोल है 50 डेज, रिसोर्सिस इज इक्वल टू 30 मैन, H की वैल्यू है साढ़े कोल 6 आवर्स। सो T2 की वैल्यू साढ़े कोल 60 दिती हुई है, रिसोर्सिस जिहड़े साढ़े कोल 40 मैन दूसरे केस एंड H2 की जिहड़ी वैल्यू आ उन्होंने आपां कैलकुलेट करना है। हुण इन्हां दे विचों आपां कैंसल कर दिंदे आ, 6 दाया 60, 10 तीया 30, 0 नाल 0 कट्टी गई। सो साढ़े कोल की आ गया 5 तीए 15 वटा 4 इंटू H2। सो दिस इज इक्वल टू है 3 जीरो कट्टियां जाणगियां, सो 2 वटा 3 दैट इज इक्वल टू 15 वटा 4 H2। सो ये तो आप H2 की जी वैल्यू आ उन्होंने कैलकुलेट कर लाँगे। सो 15 वटा 4 इंटू 3 वटा 2, सो 15 ती 45 वटा 8। सो इनू आप लिख सकते हैं 8 पंजा 40, 5 वटा 8। सो 5 सही 5 वटा 8 आवर्स जिहड़े आ सानू लगणगे दूसरे केस दे विच जे आपां 3000 ट्वाइस जिहड़े आ वो बनाने आ 60 डेज दे विच बाई 40 मैन। हुण समटाइम्स जिहड़ा आ वो वर्क दे कंपैरेटिव सैलरी दी रेशो पुछी जांदी आ कि जे एक आदमी जिहड़ा आ 20 दिनां दे विच इन्ना काम करदा आ ते उन्नू इन्नी सैलरी मिलदी आ, जे दूसरा आदमी इन्ने दिनां च इन्ना काम करे तो उहदी सैलरी किन्नी होएगी। हुण इत्थे मैं तुहानूं दसना चाहना आ कि सैलरी ऑफ ए रिसोर्स is directly proportional to per day work। कि एक आदमी जिहड़ा है एक दिन दे विच कितना काम करता है उहदे कंपैरेटिव जिहड़ी उहदी सैलरी आ वो जिहड़ी आ उहनूं आपां फिक्स करते हैं। सो सैलरी इज इनवर्सली प्रोपोर्शनल टू पर डे वर्क। सो फॉर एग्जांपल इसे विच सानूं की दिता होया कि ए कैन डू ए वर्क इन 30 डेज, बी do the work in 40 days and C in 50 days. If they all work together, what will be the ratio between their salaries? हुण सैलरी जिहड़ी आ, सो जे मैं इत्थे गल करां सैलरी ऑफ A रेशो सैलरी ऑफ B रेशो सैलरी ऑफ C दैट इज इक्वल टू A जिहड़ा आ वो 30 दिनां दे विच काम करदा है, एक दिनां दे विच उहदा की काम होएगा 1/30। सिमिलरली बी का एक दिन का काम 1/40 होएगा, सी का एक दिन का काम दैट इज इक्वल टू 1/50। सो इस तरह जी उन्होंने सैलरी रेशो की होएगी 1/30 रेशो 1/40 रेशो 1/50। सो ये तुसी देखोगे कि जी सैलरी ऑफ ए आ वो सब तो ज़्यादा होएगी, क्योंकि
A ਜਿਹੜਾ ਆ ਉਹੀ ਕੰਮ ਨੂੰ 30 ਦਿਨਾਂ ਦੇ ਵਿੱਚ ਕਰ ਰਿਹਾ ਹੈ, B ਜਿਹੜਾ ਆ ਉਹਨੇ ਕੰਮ ਨੂੰ 40 ਦਿਨਾਂ ਦੇ ਵਿੱਚ ਕਰ ਰਿਹਾ ਹੈ। ਸੋ ਇਹਦਾ ਮਤਲਬ ਉਹਦਾ ਪਰ ਡੇ ਜਿਹੜਾ ਵਰਕ ਆ ਉਹ ਘੱਟ ਆ। ਸੋ ਇਹਦੇ ਕੰਪੈਰੀਟਿਵ ਤੁਸੀਂ ਜਿਹੜਾ ਆ ਸੈਲਰੀ ਦੇ ਕੁਐਸਚਨ ਵੀ ਜਿਹੜੇ ਆ ਈਜ਼ੀਲੀ ਕੈਲਕੂਲੇਟ ਕਰ ਸਕਦੇ ਆ। ਸੋ ਆਓ ਇਦਾਂ ਦਾ ਇੱਕ ਕੁਐਸਚਨ ਸੋਲਵ ਕਰਦੇ ਆ। A can do a work in 20 days, B can do the same work in 40 days. They both work together and get a combined salary of rupees 3000. What is the salary of A? ਹੁਣ ਇਸ ਕੇਸ ਦੇ ਵਿੱਚ ਜੇ ਮੈਂ ਕਹਾਂ ਕਿ ਸੈਲਰੀ ਆਫ A ਜਿਹੜਾ ਆ ਉਹਨੂੰ ਮੈਂ SA ਕੰਸੀਡਰ ਕਰ ਲੈਣਾ, ਸੈਲਰੀ ਆਫ B that is SB। ਹੁਣ A ਜਿਹੜਾ ਆ ਉਹ ਕੰਮ ਕਰਦਾ ਆ 20 ਦਿਨਾਂ ਦੇ ਵਿੱਚ, B ਜਿਹੜਾ ਕੰਮ ਕਰਦਾ ਆ ਸੇਮ ਕੰਮ 40 ਦਿਨਾਂ ਦੇ ਵਿੱਚ। ਸੋ ਸੈਲਰੀ ਜਿਹੜੀ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ that is directly proportional to per day work. So similarly salary of A is 1 over A, salary of B is 1 over B. So SA over SB ਜਿਹੜਾ ਆ ਉਹ ਕਿਹਦੇ ਬਰਾਬਰ ਆ ਜਾਏਗਾ, B over A 40/20 that is equal to 2 over 1। ਸੋ ਕਹਿਣ ਦਾ ਮਤਲਬ ਕੀ ਆ ਕਿ ਸੈਲਰੀ ਜਿਹੜੀ A ਦੀ ਸੈਲਰੀ ਆ that is almost 2 times as compared to salary of B। ਹੁਣ ਮਿਲ ਕਿੰਨੀ ਰਹੀ ਆ, ਦੋਵਾਂ ਨੂੰ 3000 ਸੈਲਰੀ ਮਿਲ ਰਹੀ ਆ। ਸੋ ਇਹਦਾ ਮਤਲਬ ਕੀ ਆ ਕਿ A ਜਿਹੜਾ 2 ਹਿੱਸੇ ਸੈਲਰੀ ਮਿਲਦੀ ਆ 2 + 1 multiply by 3000। ਸੋ 2 over 3 into 3000। ਸੋ A ਨੂੰ ਸੈਲਰੀ ਕਿੰਨੀ ਮਿਲੇਗੀ, 2000 ਰੁਪਈਆ ਮਿਲੇਗੀ। ਸਿਮਿਲਰਲੀ B ਦੀ ਸੈਲਰੀ ਕਿੰਨੀ ਹੋਏਗੀ, 3000 - 2000, ਸੈਲਰੀ ਆਫ B ਜਿਹੜੀ ਆ ਉਹ 1000 ਰੁਪਈਆ ਹੋਏਗੀ। ਸੋ ਇਸ ਤਰ੍ਹਾਂ ਤੁਸੀਂ ਜਿਹੜੇ ਇਦਾਂ ਦੇ ਜਿਹੜੀਆਂ ਕੁਐਸਚਨਸ ਆ ਉਹ ਤੁਸੀਂ ਟਾਈਮ, ਵਰਕ, ਰਿਸੋਰਸਿਸ ਐਂਡ ਸੈਲਰੀ ਦੇ ਜਿਹੜੇ ਕੁਐਸਚਨ ਆ ਉਹ ਈਜ਼ੀਲੀ ਤੁਸੀਂ ਇਹਨਾਂ ਮੈਥਡਸ ਦੇ ਨਾਲ ਹੱਲ ਕਰ ਸਕਦੇ ਆ। ਹੁਣ ਅਗਲੀ ਇਸ ਲੈਕਚਰ ਦੇ ਵਿੱਚ ਮੈਂ ਥੋੜੇ ਡਿਫਿਕਲਟ ਕੁਐਸਚਨ ਜਿਹੜੇ ਆ ਉਹ ਡਿਸਕਸ ਕਰਾਂਗਾ, ਬਟ ਉਹਨਾਂ ਨੂੰ ਡਿਸਕਸ ਕਰਨ ਤੋਂ ਪਹਿਲੇ ਮੈਂ ਚਾਹੁੰਦਾ ਕਿ ਤੁਸੀਂ ਜਿਹੜੇ ਇਹ ਵਾਲੇ ਕੁਐਸਚਨ ਆ ਇਹਨਾਂ ਨੂੰ ਟਰਾਈ ਕਰੋ। ਸੋ ਇਦਾਂ ਦੇ ਜਿਹੜੇ ਕੁਐਸਚਨ ਆ ਮੈਂ ਆਪਣੀ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗਾ। So till then, goodbye. See you in the next lecture.